ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਜਿਹੜਾ ਹੈ ਉਹ ਹੈ ਜਪਜੀ ਸਾਹਿਬ ਨੂੰ ਕਿਵੇਂ ਕੰਠ ਕੀਤਾ ਜਾ ਸਕੇ। ਤੇ ਕਈ ਵਾਰੀ ਹੁੰਦਾ ਨਾ, ਅਸੀਂ 2 ਸਾਲ ਤੋਂ ਪੜ੍ਹ ਰਹੇ ਹਾਂ, 4 ਸਾਲ ਤੋਂ, 10 ਸਾਲ ਤੋਂ ਪੜ੍ਹ ਰਹੇ ਹਾਂ, ਪਰ ਸਾਨੂੰ ਕੰਠ ਨਹੀਂ ਹੁੰਦਾ। ਤੇ ਕਈ ਵਾਰੀ ਕੀ ਹੁੰਦਾ, ਸਾਡੇ ਹੱਥ ਦੇ ਵਿੱਚ ਫੋਨ ਕਈ ਵਾਰੀ ਨਹੀਂ ਹੁੰਦਾ, ਜਾਂ ਕਹਿ ਲਓ ਗੁਟਕਾ ਸਾਹਿਬ ਨਹੀਂ ਆ ਕੋਲ, ਜਾਂ ਕੋਈ ਵੀ ਮਜਬੂਰੀ ਆ ਤੇ ਅਸੀਂ ਫਿਰ ਮਿਸ ਕਰ ਦਿੰਦੇ ਹਾਂ, ਪਾਠ ਨਹੀਂ ਹੋ ਪਾਉਂਦਾ। ਤੇ ਗੁਰਬਾਣੀ ਕੰਠ ਕਰਨ ਦਾ ਕੀ ਆਨੰਦ ਆ, ਜਾਂ ਕਹਿ ਲਓ ਕਿ ਉਹਦੇ ਨਾਲ ਕੀ ਹੁੰਦਾ, ਇਹ ਵੀ ਵੀਡੀਓ ਦੇ ਲਾਸਟ 'ਚ ਗੱਲ ਕਰਾਂਗੇ। ਫਿਲਹਾਲ ਕਿਵੇਂ ਜਪਜੀ ਸਾਹਿਬ ਨੂੰ ਕੰਠ ਕਰਨਾ, ਜਾਂ ਕੋਈ ਵੀ ਪਾਠ ਆ, ਚਾਹੇ ਉਹ ਜਾਪ ਸਾਹਿਬ ਆ, ਕੋਈ ਵੀ ਆ, ਉਹ ਤਰੀਕਾ ਸਾਰਿਆਂ ਦਾ ਸੇਮ ਆ। ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਮੰਨ ਲਓ ਜਿੱਥੋਂ ਮੈਨੂੰ ਭੁੱਲਦਾ ਹੋਊਗਾ ਨਾ, ਤੁਹਾਨੂੰ ਵੀ ਉੱਥੋਂ ਹੀ ਭੁੱਲਦਾ ਹੋਊਗਾ। ਇਹ ਕਦੀ ਵੀ ਨੋਟ ਕਰ ਲਿਓ। ਚਾਹੇ ਹੁਣ ਤੁਸੀਂ ਸੁਣ ਰਹੇ ਹੋ ਵੀਡੀਓ, ਤਾਂ ਚਾਹੇ ਤੁਸੀਂ 20 ਜਾਣੇ ਹੋ, 50 ਜਾਣੇ ਹੋ, ਕਿੰਨੇ ਵੀ ਹੋ, ਜਿੱਥੋਂ ਇੱਕ ਜਣੇ ਨੂੰ ਭੁੱਲਦਾ ਹੋਊਗਾ ਨਾ, ਸਭ ਨੂੰ ਉੱਥੋਂ ਹੀ ਭੁੱਲਦਾ ਹੋਊਗਾ। ਇੱਦਾਂ ਨਹੀਂ ਹੁੰਦਾ ਇਹਦੇ 'ਚ ਕਿ ਕਿਸੇ ਨੂੰ ਕਿਸੇ ਹੋਰ ਥਾਂ ਤੋਂ ਭੁੱਲਦਾ, ਕਿਸੇ ਨੂੰ ਕਿਸੇ ਹੋਰ ਥਾਂ ਤੋਂ ਭੁੱਲਦਾ। ਤੇ ਜ਼ਿਆਦਾਤਰ ਕੀ ਹੁੰਦਾ ਕਿ ਇੱਕ ਗੱਲ ਮੈਂ ਹੋਰ ਕਹਿ ਦਿਆਂ, ਤੁਸੀਂ ਸਭ ਤੋਂ ਪਹਿਲਾਂ ਅਰਦਾਸ ਕਰ ਲੈਣੀ ਕਿ ਗੁਰੂ ਸਾਹਿਬ, ਤੁਹਾਡੀ ਉਚਰੀ ਹੋਈ ਬਾਣੀ ਤੋਂ ਉਹਨੂੰ ਅਸੀਂ ਕੰਠ ਕਰਨਾ ਚਾਹੁੰਦੇ ਹਾਂ। ਤੁਸੀਂ ਆਪਣੀ ਮਿਹਰ ਭਰਿਆ ਹੱਥ ਰੱਖੋ, ਕਿਰਪਾ ਰੱਖੋ, ਤਾਂ ਹੀ ਹੋ ਸਕਦਾ। ਇੱਦਾਂ ਇਜਾਜ਼ਤ ਲੈ ਕੇ ਕਰਨੀ। ਤੇ ਇਹ ਨਾ ਵੱਧ ਤੋਂ ਵੱਧ 3 ਘੰਟੇ ਲੱਗਣੇ। 3 ਘੰਟੇ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਵੈਸੇ ਤਾਂ ਹੁਣ, ਪਰ ਉਹਨੂੰ ਹੁੰਦੀ ਹੈ ਜਿਹੜਾ ਪੜ੍ਹਦਾ ਆ ਰਿਹਾ, ਜਿਹਨੇ 2-3 ਸਾਲ ਪੜ੍ਹਿਆ ਹੋਇਆ ਆ, ਜਾਂ 1 ਸਾਲ ਪੜ੍ਹਿਆ ਹੋਇਆ, ਜਾਂ 5-6-10 ਸਾਲ ਤੋਂ ਪੜ੍ਹਦਾ ਆ ਰਿਹਾ। ਪਰ ਜਦੋਂ ਉਹ ਗੁਟਕਾ ਸਾਹਿਬ ਤੋਂ ਅੱਖਾਂ ਇੱਧਰ ਉੱਧਰ ਕਰਦਾ ਆ ਤੇ ਉਹਨੂੰ ਭੁੱਲ ਜਾਂਦਾ। ਤੇ ਜੇ ਅਸੀਂ ਕੰਠ ਕਰਾਂਗੇ ਤੇ ਕੀ ਫਾਇਦੇ ਆ, ਆਤਮਿਕ ਫਾਇਦੇ ਕੀ ਆ। ਜ਼ਰੂਰੀ ਤਾਂ ਆਤਮਿਕ ਫਾਇਦਿਆਂ ਦੀ ਆ ਨਾ ਗੱਲ, ਤਾਂ ਸਾਰੀ ਉਹੀ ਮੇਨ ਆ। ਤੇ ਉਹ ਵੀ ਲਾਸਟ 'ਚ ਗੱਲ ਕਰਾਂਗੇ। ਸੋ ਹੁਣ ਸਮਾਂ ਨਾ ਬਰਬਾਦ ਕਰਦਿਆਂ ਹੋਇਆਂ ਸ਼ੁਰੂ ਕਰੀਏ ਕਿ ਕਿਵੇਂ ਜਪਜੀ ਸਾਹਿਬ ਨੂੰ ਕੰਠ ਕੀਤਾ ਜਾ ਸਕਦਾ। ਹੁਣ ਮੰਨ ਲਓ ਜਿਹੜੀਆਂ ਸ਼ੁਰੂਆਤ ਦੀਆਂ ਪੌੜੀਆਂ, ਸੁਣਿਆ ਸਿੱਧ ਪੀਰ ਸੁਰਨਾਥ, ਹੈ ਨਾ, ਤੇ ਲਾਸਟ 'ਚ ਆ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਇਸ ਤੋਂ ਅਗਲੀ ਨਹੀਂ ਪਤਾ, ਸਾਰਿਆਂ ਨੂੰ ਇੱਥੋਂ ਹੀ ਭੁੱਲਦਾ ਆ। ਹੁਣ ਤੁਸੀਂ ਯਾਦ ਕਰਨਾ ਕਿ ਇਹ ਪੌੜੀਆਂ ਦੀ ਸ਼ੁਰੂਆਤ ਕਿੱਥੋਂ ਹੋ ਰਹੀ। ਜਿਵੇਂ ਪਹਿਲਾਂ ਹੋਈ ਸੀ ਸੁਣਿਆ ਸਿੱਧ ਪੀਰ ਸੁਰਨਾਥ ਤੋਂ, ਤੇ ਐਂਡ ਹੋ ਰਿਹਾ ਨਾਨਕ ਭਗਤਾਂ ਸਦਾ ਵਿਗਾਸ। ਹੁਣ ਸੁਣਿਆ ਦੁੱਖ ਪਾਪ ਕਾ ਨਾਸ, ਹੁਣ ਇਸ ਤੋਂ ਅਗਲੀ ਨਹੀਂ ਪਤਾ। ਤੇ ਇਹ ਤੁਸੀਂ ਨਾ ਕਾਪੀ ਪੈਨ ਲੈ ਲਓ ਤੇ ਨੋਟ ਕਰੀ ਜਾਓ ਕਿ ਮੈਂ ਕਿੱਥੇ ਭੁੱਲਦਾ ਹਾਂ। ਤੇ 100% ਤੁਸੀਂ ਇੱਥੋਂ ਹੀ ਭੁੱਲਣਾ ਆ। ਤੁਹਾਨੂੰ ਅਗਲੀ ਪੌੜੀ ਕਿਹੜੀ ਸ਼ੁਰੂ ਹੋ ਰਹੀ, ਉਹ ਭੁੱਲਣੀ ਆ। ਤੇ ਜੇ ਤੁਹਾਨੂੰ ਉਹ ਇੱਕ ਲਾਈਨ ਯਾਦ ਹੋ ਗਈ ਨਾ, ਫਿਰ ਨਹੀਂ ਭੁੱਲਣਾ। ਲਾਸਟ ਪੌੜੀ ਤੱਕ ਭੁੱਲਣੀ ਨਹੀਂ, ਕੋਈ ਵੀ ਤੁੱਕ ਨਹੀਂ ਭੁੱਲਣੀ। ਸੋ ਤੁਸੀਂ ਯਾਦ ਕਰਨੀ ਆ ਤੁੱਕਾਂ ਕਿ ਹੁਣ ਜੇ ਸ਼ੁਰੂਆਤ ਹੋਈ ਸੀ ਸੁਣਿਆ ਸਿੱਧ ਪੀਰ ਸੁਰਨਾਥ, ਤੇ ਨੈਕਸਟ ਟਾਈਮ ਕਿੱਥੋਂ ਸ਼ੁਰੂਆਤ ਹੋਏਗੀ ਉਹ ਤੁਸੀਂ ਯਾਦ ਰੱਖਣਾ। ਹੁਣ ਮੰਨ ਲਓ ਪਹਿਲਾਂ ਸ਼ੁਰੂਆਤ ਹੋਈ ਸੁਣਿਆ ਸਿੱਧ ਪੀਰ ਸੁਰਨਾਥ, ਤੇ ਅੰਤ ਹੋ ਰਿਹਾ, ਸਮਾਪਤੀ ਹੋ ਰਹੀ ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਤੇ ਸਮਾਪਤੀ ਹੋ ਗਈ। ਹੁਣ ਅਗਲੀ ਮੈਨੂੰ ਪਤਾ ਹੈ ਕਿ ਸ਼ੁਰੂਆਤ ਹੋਣੀ ਹੈ ਸੁਣਿਆ ਈਸਰ ਬਰਮਾਇੰਦ, ਤੇ ਜਦੋਂ ਇਹ ਖਤਮ ਹੋਣੀ ਫਿਰ ਉਸ ਤੋਂ ਅਗਲੀ ਹੈ ਸੁਣਿਆ ਸਤ ਸੰਤੋਖ ਗਿਆਨ। ਜਦੋਂ ਇਹਦੀ ਸਮਾਪਤੀ ਹੋਣੀ ਆ ਫਿਰ ਸੁਣਿਆ ਸਰਾ ਗੁਣਾ ਕੇ ਗਾ। ਤੇ ਇਹ ਜਿੰਨੀਆਂ ਵੀ ਸੁਣਿਆ ਵਾਲੀਆਂ ਪੌੜੀਆਂ ਹੈ ਨਾ, ਇਹ ਸਾਰੀਆਂ ਇੱਦਾਂ ਹੀ ਆ। ਸ਼ੁਰੂਆਤ ਹੋਏਗੀ, ਤੁਸੀਂ ਇਹ ਯਾਦ ਰੱਖਣਾ ਹੈ ਕਿ ਨੈਕਸਟ ਕਿਹੜੀ ਆ ਤੇ ਹੁਣ ਕਿਹੜੀ ਚੱਲ ਰਹੀ ਹੈ। ਜਿਵੇਂ ਹੁਣ ਮੈਨੂੰ ਪਤਾ ਹੈ ਕਿ ਪਹਿਲਾਂ ਸੁਣਿਆ ਸਿੱਧ ਪੀਰ ਸੁਰਨਾਥ ਆਉਂਦਾ ਆ, ਫਿਰ ਸੁਣਿਆ ਈਸਰ ਬਰਮਾਇੰਦ ਆਉਂਦਾ ਆ, ਫਿਰ ਸੁਣਿਆ ਸਤ ਸੰਤੋਖ ਗਿਆਨ ਆਉਂਦਾ ਆ, ਫਿਰ ਸੁਣਿਆ ਸਰਾ ਗੁਣਾ ਕੇ ਗਾ ਆਉਂਦਾ ਆ,
ਤੇ ਇੱਦਾਂ ਹੀ ਤੁਸੀਂ ਇਹ ਯਾਦ ਰੱਖ ਲੈਣਾ। ਫਿਰ ਅੱਗੇ ਆਉਂਦਾ ਮੰਨੇ ਕੀ ਗਤ ਕਹੀ ਨਾ ਜਾਏ। ਫਿਰ ਅੱਗੇ ਆਉਂਦਾ ਮੰਨੈ ਸੁਰਤ ਹੋਵੇ ਮਨ ਬੁੱਧ। ਫਿਰ ਅੱਗੇ ਆਉਂਦਾ ਮੰਨੈ ਮਾਰਗ ਠਾਕ ਨਾ ਪਾਏ। ਫਿਰ ਅੱਗੇ ਆਉਂਦਾ ਮੰਨੇ ਪਾਵਹਿ ਮੋਖ ਦੁਆਰ। ਤੁਸੀਂ ਸਿਰਫ ਇੰਨਾ ਇੱਕ ਤੁਕ ਦਾ ਖਿਆਲ ਰੱਖਣਾ ਕਿ ਫਸਟ ਤੁਕ ਕਿਹੜੀ ਆ, ਹਰ ਪੌੜੀ ਦੀ ਸਟਾਰਟਿੰਗ ਕਿਹੜੀ ਤੁਕ ਤੋਂ ਹੋ ਰਹੀ ਆ, ਸਿਰਫ ਉਹੀ ਯਾਦ ਰੱਖਣਾ। ਤੇ ਫਿਰ ਇਹ ਜਦੋਂ ਸਮਾਪਤੀ ਹੁੰਦੀ ਆ ਮੰਨੇ ਪਾਵਹਿ ਮੋਖ ਦੁਆਰ ਤੋਂ ਬਾਅਦ ਮੰਨੇ ਵਾਲਾ ਜਿਹੜਾ ਜਿਨ੍ਹਾਂ ਦੀ ਸ਼ੁਰੂਆਤ ਮੰਨੇ ਤੋਂ ਹੁੰਦੀ ਆ ਉਹ ਸਮਾਪਤ ਹੋ ਜਾਂਦਾ। ਫਿਰ ਅੱਗੇ ਆਉਂਦਾ ਪੰਚ ਪ੍ਰਵਾਨ, ਪੰਚ ਪ੍ਰਦਾਨ, ਹਨਾ। ਫਿਰ ਇਹ ਜਿੱਥੇ ਤੁਹਾਨੂੰ ਲਾਸਟ ਤੇ ਰੁਕੂਗਾ ਨਾ, ਉੱਥੇ ਅਸੰਖ ਵਾਲੀਆਂ ਪੌੜੀਆਂ ਸ਼ੁਰੂ ਹੋ ਜਾਣਗੀਆਂ ਕਿ ਅਸੰਖ ਜਪ। ਜੇ ਸ਼ੁਰੂਆਤ ਜਦੋਂ ਹੋਊਗੀ ਉਹ ਹੋਏਗੀ ਅਸੰਖ ਜਪ, ਅਸੰਖ ਪਾਓ। ਜਦੋਂ ਇਹਦੀ ਸਮਾਪਤੀ ਹੋਏਗੀ ਫਿਰ ਅੱਗੋਂ ਆਏਗਾ ਅਸੰਖ ਮੂਰਖ ਅੰਧਕੋਰ। ਜਦੋਂ ਇਹਦੀ ਸਮਾਪਤੀ ਹੋਏਗੀ ਫਿਰ ਆਏਗਾ ਅਸੰਖ ਨਾਮ ਅਸੰਖ ਥਾਮ। ਤੇ ਸਿਰਫ ਤੁਹਾਨੂੰ ਇੰਨਾ ਹੀ ਯਾਦ ਰੱਖਣਾ ਹੈ, ਅੱਧਾ ਪਾਠ ਤਾਂ ਇਹਦੇ ਚੋਂ ਹੀ ਹੋ ਜਾਣਾ। ਫਿਰ ਜਦੋਂ ਅਸੰਖ ਨਾਮ ਅਸੰਖ ਥਾਮ ਦੀ ਸਮਾਪਤੀ ਹੋਏਗੀ ਫਿਰ ਤੁਹਾਨੂੰ ਭੁੱਲੂਗਾ, ਉੱਤੇ 100% ਭੁੱਲੂਗਾ। ਫਿਰ ਅੱਗੋਂ ਸ਼ੁਰੂ ਹੋ ਜਾਣਾ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰਸ ਖੇ। ਮਤਲਬ ਕਿ ਜਿੱਥੇ ਜਿੱਥੇ ਤੁਹਾਨੂੰ ਭੁੱਲ ਰਿਹਾ ਤੁਸੀਂ ਉੱਥੋਂ ਯਾਦ ਰੱਖਣਾ ਹੈ ਕਿ ਨੈਕਸਟ ਪੌੜੀ ਕਿਹੜੀ ਆ, ਤੇ 100% ਤੁਹਾਨੂੰ ਉੱਥੋਂ ਹੀ ਭੁੱਲੂਗਾ। ਜੋ ਮੈਂ ਦੱਸਿਆ ਨਾ ਤੁਹਾਨੂੰ, ਸ਼ੁਰੂਆਤ ਹੋਈ ਸੁਣਿਆ ਸਿੱਧ ਪੀਰ ਸੁਰਨਾਥ, ਫਿਰ ਸੁਣਿਆ ਈਸ਼ਰ ਬਰਮਾਇੰਦ, ਫਿਰ ਸੁਣਿਆ ਸਤ ਸੰਤੋਖ ਗਿਆਨ, ਫਿਰ ਸੁਣਿਆ ਸਰਾ ਗੁਣਾ ਕੇ ਗਾ। ਸਿਰਫ ਇੰਨਾ ਯਾਦ ਰੱਖਣਾ ਤੁਸੀਂ। ਤੇ ਇਹ ਤੁਸੀਂ ਕਰਕੇ ਦੇਖਿਓ। 3 ਘੰਟੇ ਵੀ ਮੈਂ ਜ਼ਿਆਦਾ ਕਹੇ ਆ, ਕਈ ਤਾਂ ਵਾਹਿਗੁਰੂ ਦੇ ਪਿਆਰੇ ਆ 1.5-2 ਘੰਟੇ 'ਚ ਵੀ ਉਹਨਾਂ ਨੇ ਯਾਦ ਕਰ ਲਿਆ। ਤੇ ਫਿਰ ਜਦੋਂ ਤੁਸੀਂ ਇੱਕ ਵਾਰੀ ਬਿਨਾਂ ਭੁੱਲਿਆਂ ਪੂਰਾ ਕਰ ਲਿਆ ਨਾ ਪਾਠ, ਤੇ ਫਿਰ ਤੁਸੀਂ ਇੱਦਾਂ ਕਰਿਓ ਕਿ ਜਿੱਦਾਂ ਗੁਟਕਾ ਸਾਹਿਬ ਤੋਂ ਕਰਨਾ ਤੇ ਹੱਥ ਰੱਖ ਲੈਣਾ ਉੱਪਰ, ਹਨਾ। ਤੇ ਫਿਰ ਨੈਕਸਟ ਪੌੜੀਆਂ ਜਿਹੜੀਆਂ ਉਹ ਗਾਈ ਜਾਣੀਆਂ। ਤੇ ਫਿਰ ਤੁਸੀਂ ਇੱਦਾਂ ਕਰਨਾ, ਜਦੋਂ ਪੂਰਾ ਅੰਦਰੋਂ ਵਿਸ਼ਵਾਸ ਹੋ ਗਿਆ ਕਿ ਹਾਂ ਗਲਤ ਨਹੀਂ ਕੀਤਾ ਆ, ਸਾਰਾ ਸਹੀ ਕੀਤਾ ਆ, ਫਿਰ ਇੱਕ ਦਿਨ ਦੇਖਣਾ ਆ, ਦੇਖ ਕੇ ਕਰਨਾ, ਤੇ ਅਗਲੇ ਦਿਨ ਬਿਨਾਂ ਦੇਖਿਆ ਕਰਨਾ। ਬਾਣੀ ਦੇ ਦਰਸ਼ਨ ਵੀ ਬਹੁਤ ਜ਼ਰੂਰੀ ਹੁੰਦੇ ਆ ਅੱਖਾਂ ਤੋਂ। ਤੇ ਇੱਕ ਦਿਨ ਦੇਖ ਕੇ ਕਰਨਾ, ਇੱਕ ਦਿਨ ਬਿਨਾਂ ਦੇਖੇ ਕਰਨਾ। ਫਿਰ ਕੀ ਹੋਊਗਾ, ਕੰਠ ਵੀ ਰਹੂਗਾ ਤੇ ਬਾਣੀ ਦੇ ਦਰਸ਼ਨ ਵੀ ਹੁੰਦੇ ਰਹਿਣਗੇ। ਤੇ ਇਹ ਸੱਚਮੁੱਚ 2 ਘੰਟਿਆਂ 'ਚ ਹੀ ਹੋ ਜਾਣਾ। ਜੇ ਕੋਈ ਪੜ੍ਹਦਾ ਆ ਰਿਹਾ ਹੈ ਨਾ, ਗਾਉਂਦਾ ਆ ਰਿਹਾ ਹੈ 2-3 ਸਾਲਾਂ ਤੋਂ, ਜਾਂ 1 ਸਾਲ ਤੋਂ ਵੀ ਗਾਉਂਦਾ ਆ ਰਿਹਾ, ਜਾਂ ਕਿਸੇ ਨੂੰ ਭਾਵੇਂ 10 ਸਾਲ ਵੀ ਹੋ ਗਏ ਆ, ਉਹਨਾਂ ਲਈ 2 ਘੰਟੇ ਬਹੁਤ ਜ਼ਿਆਦਾ ਨੇ। ਮਤਲਬ ਇੱਕ ਵਾਰੀ ਕਈ ਵਾਰੀ ਅਸੀਂ ਮਨ 'ਚ ਹਊਆ ਜਿਹਾ ਬਣਾ ਲੈਂਦੇ ਹਾਂ ਨਾ ਕਿ ਨਹੀਂ ਹੋ ਸਕਦਾ। ਇੱਦਾਂ ਨਹੀਂ ਆ, ਤੁਸੀਂ ਕਰਕੇ ਦੇਖਿਓ 2 ਘੰਟਿਆਂ 'ਚ ਹੀ ਹੋ ਜਾਣਾ। ਹੁਣ ਥੋੜ੍ਹਾ ਜਿਹਾ ਇਸ ਪਾਸੇ ਚੱਲਦੇ ਹਾਂ ਕਿ ਇਹਦੇ ਫਾਇਦੇ ਕੀ ਨੇ। ਇੱਕ ਤਾਂ ਇਹੀ ਫਾਇਦਾ ਨਾ ਕਿ ਗੁਟਕਾ ਸਾਹਿਬ ਨਾ ਹੋਵੇ, ਮੋਬਾਈਲ ਨਾ ਹੋਵੇ, ਤੇ ਫਿਰ ਅਸੀਂ ਬਿਨਾਂ ਦੇਖਿਆਂ ਬਿਨਾਂ ਕਿਸੇ ਸਾਧਨ ਦੇ ਅਸੀਂ ਵਾਹਿਗੁਰੂ ਦੀ ਉਸਤਤ ਕਰ ਸਕਦੇ ਹਾਂ ਜੇ ਸਾਨੂੰ ਕੰਠ ਆ ਤੇ। ਪਰ ਨਾ ਇੱਕ ਹੋਰ ਫਾਇਦਾ ਆ, ਤੇ ਉਹ ਫਾਇਦਾ ਸਮਝਣ ਵਾਲੀ ਗੱਲ ਹੈ, ਸਮਝਣ ਵਾਲੀ। ਤੇ ਭਗਤ ਜਿਹੜਾ ਹੈ ਨਾ, ਤੁਸੀਂ ਕਦੀ ਵੀ ਯਾਦ ਰੱਖਿਓ, ਤੇ ਇਹ ਐਕਸਪੀਰੀਅੰਸ ਮੈਂ ਸ਼ੇਅਰ ਕਰੂੰਗਾ। ਹੋ ਸਕਦਾ ਕਿਸੇ ਨਾਲ ਨਾ ਹੋਇਆ ਹੋਵੇ, ਜਾਂ ਹੋਇਆ ਵੀ ਹੋਵੇ ਤੇ ਸ਼ਾਇਦ ਉਹ ਇਸ ਨੂੰ ਸਮਝ ਪਾਵੇ ਵਧੀਆ ਢੰਗ ਨਾਲ। ਗੁਰਬਾਣੀ ਦੀ ਕੋਈ ਵੀ ਤੁਕ ਆ, ਗੁਰਬਾਣੀ ਦੀ ਅਗਰ ਤੁਸੀਂ ਕਿਸੇ ਤੁਕ ਨੂੰ ਕਮਾਉਣਾ ਹੈ ਨਾ, ਕਿਸੇ ਵੀ ਤੁਕ ਨੂੰ ਕਮਾਉਣਾ ਆ, ਜਾਂ ਅਗਰ ਤੁਸੀਂ ਉਹਨੂੰ ਕਮਾਇਆ ਹੋਇਆ ਆ, ਤੁਹਾਡੀ ਰੂਹ ਕਹਿੰਦੀ ਹੈ ਕਿ ਹਾਂ ਮੇਰੇ ਅੰਦਰ ਇਹੀ ਤੁਕ ਚੱਲ ਰਹੀ ਹੈ, ਜਾਂ ਇਹਨੂੰ ਮੈਂ ਕਮਾ ਲਿਆ, ਮੇਰੀ ਰੂਹ ਇਹਦੇ 'ਤੇ ਖਰੀ ਉਤਰ ਪਈ, ਤੇ ਤੁਸੀਂ ਕਦੀ ਵੀ ਦੇਖ ਲਿਓ ਉਹ ਤੁਕ ਨਾ ਤੁਹਾਨੂੰ ਕੰਠ ਹੋਊਗੀ, ਤੁਹਾਨੂੰ ਪਤਾ ਹੋਊਗੀ ਉਹ ਤੁਕ। ਇਹ ਨਹੀਂ ਕਿ ਤੁਸੀਂ ਪੜ੍ਹ ਕੇ ਗਾ ਰਹੇ ਹੋ ਤੇ ਉਸ ਸਮੇਂ ਤੁਹਾਨੂੰ ਉਸ ਤੁਕ ਦਾ ਅੰਦਰੋਂ ਅਹਿਸਾਸ ਹੋਇਆ। ਉਹ ਵੀ ਹੋ ਜਾਂਦਾ,
ਪਰ ਭਗਤ ਜਿਹੜਾ ਹੈ ਨਾ, ਹੁਣ ਜਿਵੇਂ ਮੰਨ ਲਓ ਅਸੀਂ ਸੈਰ ਕਰ ਰਹੇ ਹਾਂ ਜਾਂ ਕਿਸੇ ਗਾਰਡਨ 'ਚ ਆ ਜਾਂ ਕਿਤੇ ਵੀ ਆ, ਭਗਤ ਦਾ ਹਿਰਦਾ ਜਦੋਂ ਬਾਣੀ ਗਾਉਂਦਾ ਆ ਤੇ ਅੱਖਾਂ ਜਦੋਂ ਇਹ ਬਾਰੀ ਪਸਾਰੇ ਨੂੰ ਦੇਖਦੀਆਂ ਤੇ ਇੱਕ ਅਲੱਗ ਜਿਹਾ ਆਨੰਦ ਮਹਿਸੂਸ ਹੁੰਦਾ। ਹੁਣ ਜਿਵੇਂ ਮੰਨ ਲਓ ਬਾਣੀ ਕਹਿ ਰਹੀ ਹੈ ਕਿ ਕੁਦਰਤ ਕਰਕੇ ਵਸਿਆ ਸੋਏ, ਵੀ ਇਹ ਜਿਹੜੀ ਕੁਦਰਤ ਆ ਇਹਨੂੰ ਬਣਾ ਕੇ ਤੂੰ, ਇਹ ਵਾਹਿਗੁਰੂ ਤੂੰ ਉਹਦੇ ਵਿੱਚ ਹੀ ਸਮਾ ਗਿਆ ਆ। ਤੇ ਹੁਣ ਇੱਕ ਪਾਸੇ ਜੇ ਸਾਡਾ ਧਿਆਨ ਗੁਟਕਾ ਸਾਹਿਬ ਵੱਲ ਆ, ਫਿਰ ਤਾਂ ਅਸੀਂ ਪਾਠ ਪੜ੍ਹ ਰਹੇ ਹਾਂ, ਪਰ ਜੇ ਇਹ ਅੱਖਾਂ ਇਸ ਕੁਦਰਤ ਨੂੰ ਵੀ ਦੇਖ ਰਹੀਆਂ ਤੇ ਅੰਦਰ ਚੱਲ ਰਿਹਾ ਕੁਦਰਤ ਕਰਕੇ ਵਸਿਆ ਸੋਏ, ਅੱਖਾਂ ਪਹਾੜ ਦੇਖ ਰਹੀਆਂ, ਅੱਖਾਂ ਹਰਿਆਲੀ ਦੇਖ ਰਹੀਆਂ, ਦਰਖਤ ਦੇਖ ਰਹੀਆਂ, ਨਦੀ ਨੂੰ ਦੇਖ ਰਹੀਆਂ, ਜਾਂ ਕਈ ਵਾਰੀ ਹੁੰਦਾ ਨਾ ਇੱਕ ਮੌਸਮ ਦਾ ਵੀ ਭਗਤ ਦੀ ਬਿਰਤੀ ਦੇ ਨਾਲ ਬਹੁਤ ਗੂੜਾ ਸੰਬੰਧ ਹੈ, ਬਹੁਤ ਗੂੜਾ ਸੰਬੰਧ ਹੈ ਮੌਸਮ ਦਾ। ਬਾਣੀ ਨੂੰ ਕੰਠ ਕਰਨਾ ਇੱਕ ਆਜ਼ਾਦ ਹੋਣਾ ਆ। ਤੁਸੀਂ ਕਦੇ ਵੀ ਅਹਿਸਾਸ ਕਰਕੇ ਦੇਖਿਓ, ਇੱਕ ਤਾਂ ਹੁੰਦਾ ਨਾ ਅਸੀਂ ਨਿਤਨੇਮ ਗੁਟਕਾ ਸਾਹਿਬ ਤੋਂ ਕਰ ਲਿਆ, ਠੀਕ ਆ, ਵਧੀਆ ਗੱਲ ਆ, ਅੱਖਾਂ ਬਾਣੀ ਦੇ ਦਰਸ਼ਨ ਕਰ ਰਹੀਆਂ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਆ। ਪਰ ਤੁਸੀਂ ਦੇਖਿਓ ਜਿਹੜਾ ਪਾਠ ਤੁਹਾਨੂੰ ਜ਼ੁਬਾਨੀ ਕੰਠ ਆ ਤੇ ਉਹਦੇ ਅਰਥ ਤੁਹਾਨੂੰ ਪਤਾ ਨੇ ਕਿ ਤੁਸੀਂ ਜੋ ਬੋਲ ਰਹੇ ਹੋ ਉਹ ਕੀ ਬੋਲ ਰਹੇ ਹੋ, ਤੁਹਾਡੀ ਰੂਹ ਨੂੰ ਉਹਦਾ ਅਹਿਸਾਸ ਆ। ਇਹ ਸਭ ਜਾਂ ਕਹਿ ਲਓ ਬਾਣੀ ਦੇ ਡੂੰਘਾਈ ਵਾਲੇ ਅਰਥ ਤੁਹਾਨੂੰ ਕੰਠ ਕਰਨ ਤੋਂ ਬਾਅਦ ਹੀ ਮਿਲਣਗੇ। ਇਹ ਹਮੇਸ਼ਾ ਯਾਦ ਰੱਖਿਓ। ਗੁਰਬਾਣੀ ਦੇ ਇੱਕ ਤਾਂ ਹੁੰਦਾ ਨਾ ਗੁਰਬਾਣੀ ਦੇ ਅਰਥ ਜਿਹੜੇ ਅਸੀਂ ਦੇਖ ਲੈਂਦੇ ਹਾਂ, ਪਰ ਇੱਕ ਅੰਦਰੋਂ ਅਹਿਸਾਸ ਹੁੰਦਾ ਹੈ, ਉਹ ਅਹਿਸਾਸ ਤੁਹਾਨੂੰ ਕੰਠ ਕਰਨ ਤੋਂ ਬਾਅਦ ਹੀ ਮਿਲਣਾ ਹੈ। ਕਦੇ ਵੀ ਦੇਖ ਲਿਓ, ਤੁਸੀਂ ਕਦੇ ਅਜਮਾ ਲਿਓ, ਕੰਠ ਕਰਕੇ ਦੇਖਿਓ। ਉਹ ਵਾਲੇ ਅਰਥ ਗੁਰੂ ਸਾਹਿਬ ਸਮਝਾਉਣਗੇ ਜਿਹੜੇ ਕਿਸੇ ਕਿਤਾਬ 'ਚ ਨਹੀਂ ਲਿਖੇ, ਜਿਹੜੇ ਕਿਸੇ ਨੇ ਕਥਾ 'ਚ ਨਹੀਂ ਦੱਸੇ, ਉਹ ਤੁਹਾਡੇ ਕਿਸੇ ਨਾਲ ਮੈਚ ਹੀ ਨਹੀਂ ਹੋਣੇ, ਕਿਉਂਕਿ ਉਹਦਾ ਅਹਿਸਾਸ ਤੁਹਾਡੀ ਰੂਹ ਨੇ ਕਰਨਾ ਹੈ। ਇਹ ਸਾਰਾ ਕੁਛ ਬਾਣੀ ਕੰਠ ਕਰਨ ਤੋਂ ਬਾਅਦ ਹੁੰਦਾ ਹੈ, ਕਿਉਂਕਿ ਗੁਰਬਾਣੀ ਨਿਚੋੜ ਆ ਇਸ ਪੂਰੇ ਸੰਸਾਰ ਦਾ। ਤੇ ਜਦੋਂ ਅਸੀਂ ਉੱਠਦੇ ਬੈਠਦੇ ਆਉਂਦੇ ਜਾਂਦੇ ਕੰਮ ਕਰਦਿਆਂ ਕਿਸੇ ਤਰ੍ਹਾਂ ਵੀ ਅਸੀਂ ਜਦੋਂ ਗੁਰਬਾਣੀ ਅੰਦਰੋਂ ਜੇ ਕੰਠ ਹੋਈ ਆ ਤੇ ਅਸੀਂ ਉਹਨੂੰ ਗਾਉਂਦੇ ਆ ਨਾ, ਤੇ ਇੱਕ ਇੱਕ ਚੀਜ਼ ਅੰਦਰ ਜਾਂਦੀ ਆ। ਫਿਰ ਉਹ ਇੱਕ ਤਾਂ ਡਿਪੈਂਡ ਨਹੀਂ ਰਹਿੰਦਾ ਕਿ ਮੈਂ ਦੇਖ ਕੇ ਹੀ ਪੜ੍ਹਨਾ ਹੈ, ਉਹ ਬਿਲਕੁਲ ਡਿਪੈਂਡ ਨਹੀਂ ਰਹਿੰਦਾ ਕਿ ਮੈਂ ਦੇਖ ਕੇ ਪੜ੍ਹਨਾ, ਅਗਲੀ ਤੁਕ ਕਿਹੜੀ ਆ ਉਹਨੂੰ ਪਤਾ ਹੁੰਦਾ। ਫਿਰ ਰੂਹ ਦੀ ਮਰਜ਼ੀ ਹੁੰਦੀ ਆ, ਕਈ ਵਾਰੀ ਉਹ ਅੱਧਾ ਪਾਠ ਕਰਕੇ ਹੀ ਰੁਕ ਜਾਂਦਾ ਹੈ, ਸਾਰੇ ਪਸਾਰੇ ਨੂੰ ਦੇਖਦਾ ਆ, ਮਾਣਦਾ ਆ ਅੰਦਰੋਂ। ਤੇ ਇੱਕ ਆਜ਼ਾਦੀ ਵਾਲੀ ਚਾਲ ਹੈ ਕੰਠ ਕਰਨਾ, ਕਦੀ ਰੁਕ ਜਾਂਦਾ ਹੈ, ਕਦੀ ਵਿੱਚ ਸਿਮਰਨ ਸ਼ੁਰੂ ਕਰ ਦਿੰਦਾ ਹੈ, ਕਦੇ ਫਿਰ ਗੁਰਬਾਣੀ ਪੜ੍ਹ ਲੈਂਦਾ ਹੈ, ਕਦੀ ਕਿਸੇ ਹੋਰ ਤੁਕ ਵੱਲ ਚਲ ਜਾਂਦਾ ਹੈ ਜਿਹੜਾ ਉਹ ਪਾਠ ਕਰ ਰਿਹਾ ਉਹਦੇ 'ਚ ਨਹੀਂ ਵੀ ਆ, ਤਾਂ ਵੀ ਉਹ ਉਸ ਤੁਕ ਨੂੰ ਕਿਸੇ ਹੋਰ ਪਾਠ ਦੀ ਤੁਕ ਦੇ ਨਾਲ ਉਹਨੂੰ ਇੰਜੋਏ ਕਰਦਾ ਹੈ। ਸੋ ਬਹੁਤ ਕੁਛ ਆ ਕੰਠ ਕਰਨ ਦੇ ਵਿੱਚ, ਇੰਨਾ ਔਖਾ ਵੀ ਨਹੀਂ ਆ। ਇੱਕ ਵਾਰੀ ਅਰਦਾਸ ਕਰੋ, ਇਜਾਜ਼ਤ ਲਓ ਤੇ ਕੰਠ ਕਰੋ। ਕੰਠ ਕਰਨ ਤੋਂ ਬਾਅਦ ਇੱਕ ਵਾਰੀ ਅੱਖਰੀ ਅਰਥ ਜ਼ਰੂਰ ਦੇਖ ਲਓ ਕਿ ਅੱਖਰੀ ਅਰਥ ਕੀ ਨੇ ਜਿਹੜੇ ਕਿਸੇ ਟੀਕਾਕਾਰਾਂ ਨੇ ਕਰ ਦਿੱਤੇ, ਠੀਕ ਆ। ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਕਿ ਕਿੱਧਰ ਨੂੰ, ਕਿਹੜੀ ਦਿਸ਼ਾ ਵੱਲ ਇਸ਼ਾਰਾ ਆ। ਪਰ ਜੋ ਤੁਹਾਨੂੰ ਗੁਰੂ ਨੇ ਅੰਦਰੋਂ ਦੱਸਣਾ ਹੈ ਨਾ, ਉਹ ਤੁਹਾਨੂੰ ਹੀ ਦੱਸਣਾ ਹੈ। ਕੰਠ ਕਰਨ ਦੇ ਵਿੱਚ ਬਹੁਤ ਲਾਭ ਆ। ਹੋ ਸਕਦਾ ਉਸ ਢੰਗ ਦੇ ਨਾਲ ਮੇਰੇ ਤੋਂ ਨਾ ਬਿਆਨ ਕੀਤਾ ਗਿਆ ਹੋਵੇ,
ਜਿਹੜਾ ਸੱਚਮੁੱਚ ਗੁਰੂ ਸਾਹਿਬ ਨੇ ਤੁਹਾਨੂੰ ਅਹਿਸਾਸ ਕਰਵਾ ਦੇਣਾ। ਕਈਆਂ ਨੂੰ ਸੁਣ ਕੇ ਅਹਿਸਾਸ ਵੀ ਹੋਇਆ ਹੋਊਗਾ, ਜਿਨ੍ਹਾਂ ਨੂੰ ਕੰਠ ਆ ਨਾ, ਜਿਹੜੇ ਗਾਉਂਦੇ ਨੇ, ਜਿਨ੍ਹਾਂ ਨੂੰ ਸਹਾਰਾ ਨਹੀਂ ਲੈਣਾ ਪੈਂਦਾ ਫੋਨਾਂ ਦਾ, ਜਾਂ ਕਈ ਵਾਰੀ ਇਹੋ ਜਿਹਾ ਮਾਹੌਲ ਹੁੰਦਾ ਹੈ ਕਿ ਨਹੀਂ ਅਸੀਂ ਗੁਟਕਾ ਸਾਹਿਬ ਫੜ ਸਕਦੇ, ਪਰ ਇਹ ਰੂਹ ਜਿਹੜੀ ਆ ਅੰਦਰੋਂ ਸਭ ਕੁਛ ਮਾਣਦੀ ਆ, ਸਭ ਕਿਸੇ ਦੇ ਵਿੱਚ ਬੈਠ ਕੇ ਵੀ ਉਹ ਅੰਦਰੋਂ ਗੁਰਬਾਣੀ ਚੱਲ ਰਹੀ ਹੁੰਦੀ ਉਹਦੇ। ਇਹ ਸਭ ਕੰਠ ਕਰਨ ਤੋਂ ਬਾਅਦ ਹੀ ਸ਼ੁਰੂਆਤ ਹੁੰਦੀ ਆ। ਸੋ ਕੰਠ ਜ਼ਰੂਰ ਕਰੋ ਅਤੇ ਇਹਨਾਂ ਰੰਗਾਂ ਨੂੰ ਮਾਣਨਾ ਸ਼ੁਰੂ ਕਰੋ ਇਜਾਜ਼ਤ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।